Let's quickly go through the comprehension on the basis of the chapter that we have read, that is chapter number 3, lateral thinking. The first part is answer the following questions in 10 to 15 words each. Question number 1. What was the proposal given to the poor farmer by the money lender? ਜੋ ਆੜਤੀਆ ਸੀ ਉਸਨੇ ਕਿਸਾਨ ਦੇ ਅੱਗੇ ਕੀ ਪ੍ਰਸਤਾਵ ਰੱਖਿਆ? He said that he would forego the farmer's debt if he could marry the farmer's daughter. ਉਸ ਆੜਤੀਏ ਦੀ ਨਜ਼ਰ ਕਿਸਾਨ ਦੀ ਬੇਟੀ 'ਤੇ ਸੀ। ਉਸਨੇ ਕਿਹਾ ਜੇ ਉਹ ਆਪਣੀ ਬੇਟੀ ਦਾ ਵਿਆਹ ਮੇਰੇ ਨਾਲ ਕਰ ਦੇਗਾ ਤਾਂ ਮੈਂ ਉਸ ਦਾ ਕਰਜ਼ਾ ਮਾਫ ਕਰ ਦਊਂਗਾ। Number 2. What would have happened if the girl had selected a black pebble in a pebble game? ਅਗਰ ਉਹ ਲੜਕੀ ਪੱਥਰਾਂ ਵਾਲੀ ਖੇਡ ਦੇ ਵਿੱਚੋਂ ਕਾਲਾ ਪੱਥਰ ਚੁੱਕਦੀ ਤਾਂ ਉਸ ਦੇ ਨਾਲ ਕੀ ਵਾਪਰਨਾ ਸੀ? If she picked the black pebble, she would become his wife and her father's debt would be written off. If she picked the white pebble, she need not marry him and her father's debt would still be written off. ਸੋ ਉਸ ਲੜਕੀ ਨੇ ਜੇ ਕਾਲਾ ਪੱਥਰ ਚੱਕਣਾ ਸੀ ਤਾਂ ਉਸ ਨੂੰ ਉਸ ਆੜਤੀ ਨਾਲ ਵਿਆਹ ਕਰਨਾ ਪੈਣਾ ਸੀ ਅਤੇ ਉਸਦੇ ਪਿਤਾ ਜੀ ਦਾ ਕਰਜ਼ਾ ਮਾਫ ਹੋ ਜਾਣਾ ਸੀ। ਜੇ ਉਹ ਚਿੱਟਾ ਪੱਥਰ ਚੱਕਦੀ ਤਾਂ ਉਸ ਨੂੰ ਵਿਆਹ ਨਾ ਕਰਨਾ ਪੈਂਦਾ ਪਰ ਕਰਜ਼ਾ ਫਿਰ ਵੀ ਮਾਫ ਹੋ ਜਾਂਦਾ। Number 3. What trick did the money lender cunningly play to win the game? ਇਸ ਸਾਰੀ ਖੇਡ ਦੇ ਵਿੱਚ ਉਸ ਆੜਤੀਏ ਨੇ ਚਲਾਕੀ ਅਤੇ ਧੁਰਤਤਾ ਨਾਲ ਕੀ ਖੇਡ ਖੇਡੀ? He was to put a black pebble and a white pebble as per the rule of the game, but he cunningly put 2 black pebbles. ਉਸ ਨੇ ਧੁਰਤਤਾ ਕੀਤੀ ਕਿ ਖੇਡ ਦੇ ਨਿਯਮਾਂ ਮੁਤਾਬਕ ਉਸ ਨੇ ਇੱਕ ਕਾਲਾ ਪੱਥਰ ਅਤੇ ਇੱਕ ਚਿੱਟਾ ਪੱਥਰ ਉਸ ਨੂੰ ਉਸ ਥੈਲੇ 'ਚ ਪਾਉਣਾ ਸੀ ਪਰ ਉਸਨੇ ਚਲਾਕੀ ਨਾਲ ਦੋਨੋਂ ਹੀ ਕਾਲੇ ਪੱਥਰ ਉਹਦੇ ਵਿੱਚ ਪਾ ਦਿੱਤੇ। Number 4. How did the girl intelligently win? ਉਹ ਲੜਕੀ ਚੁਸਤੀ ਨਾਲ ਅਤੇ ਆਪਣੀ ਬੁੱਧੀ ਦਾ ਇਸਤੇਮਾਲ ਕਰਦੇ ਹੋਏ ਕਿਵੇਂ ਜਿੱਤ ਗਈ? The girl put her hand into the money bag and drew out a pebble. ਉਸ ਲੜਕੀ ਨੇ ਉਸ ਧਨ ਵਾਲੇ ਥੈਲੇ ਦੇ ਵਿੱਚ ਆਪਣਾ ਹੱਥ ਪਾਇਆ ਅਤੇ ਇੱਕ ਪੱਥਰ ਕੱਢਿਆ। Without looking at it, she fumbled and let it fall onto the pebble-strewn path, where it immediately became lost among all the other pebbles. ਫਿਰ ਉਸ ਤੋਂ ਬਾਅਦ ਉਸਨੇ ਆਪਣੇ ਹੱਥ ਨੂੰ ਅਜੀਬ ਜਿਹੇ ਤਰੀਕੇ ਨਾਲ ਝਟਕਾ ਦਿੱਤਾ ਅਤੇ ਪੱਥਰ ਨੂੰ ਜਾਣ ਬੁੱਝ ਕੇ ਰਸਤੇ 'ਤੇ ਡਿੱਗਣ ਦਿੱਤਾ। ਇਹ ਰਸਤਾ ਪਹਿਲਾਂ ਹੀ ਉਸ ਤਰ੍ਹਾਂ ਦੇ ਪੱਥਰਾਂ ਨਾਲ ਭਰਿਆ ਹੋਇਆ ਸੀ ਅਤੇ ਇਸ ਤਰ੍ਹਾਂ ਉਹਦੇ ਹੱਥ ਵਾਲਾ ਪੱਥਰ ਪੱਥਰਾਂ ਵਿੱਚ ਹੀ ਰੁਲ ਗਿਆ। What do you understand by the term lateral thinking after reading the chapter? ਇਸ ਪਾਠ ਨੂੰ ਪੜ੍ਹਨ ਤੋਂ ਬਾਅਦ ਤੁਹਾਨੂੰ lateral thinking ਸ਼ਬਦ ਦਾ ਕੀ ਅਰਥ ਸਮਝ ਆਇਆ? Lateral thinking is creative or non-linear thinking. It is thinking differently or doing something different. Doing something that might be quite novel and unconventional in nature. Lateral thinking ਦਾ ਇੱਥੇ ਮਤਲਬ ਹੈ ਸਿਰਜਨਾਤਮਕ ਸੋਚ ਤੋਂ। ਇਹ ਨਾਨ ਲੀਨੀਅਰ ਹੁੰਦੀ ਹੈ। ਇੱਕ ਰੇਖਾ ਦੇ ਵਿੱਚ ਜਿਵੇਂ ਸਾਰੇ ਲੋਕ ਸੋਚਦੇ ਹਨ ਉਸ ਤੋਂ ਵੱਖਰੀ ਲੀਕ ਤੋਂ ਹਟ ਕੇ ਇੱਕ ਸੋਚ ਹੁੰਦੀ ਹੈ। ਇਸ ਦਾ ਮਤਲਬ ਹੈ ਵੱਖਰਾ ਸੋਚਣਾ ਜਾਂ ਕੁਝ ਇੰਨਾ ਵੱਖਰਾ ਕਰਨਾ ਜੋ ਕਿ ਬਿਲਕੁਲ ਨਵਾਂ ਹੋਵੇ ਅਤੇ ਅਨਕਨਵੈਨਸ਼ਨਲ ਯਾਨੀ ਕਿ ਹੁਣ ਤੱਕ ਲੋਕਾਂ ਦੁਆਰਾ ਆਮ ਤੌਰ 'ਤੇ ਨਾ ਕੀਤਾ ਜਾਂਦਾ ਹੋਵੇ। Number 6. What was Edward de Bono's notion about lateral thinking? ਲੇਟਰਲ ਥਿੰਕਿੰਗ ਦੇ ਬਾਰੇ ਐਡਵਰਡ ਡੀ ਬੋਨੋ ਨੇ ਕੀ ਵਿਚਾਰਧਾਰਾ ਬਣਾ ਰੱਖੀ ਸੀ? According to Edward de Bono, intelligence is a potential that all of us have and thinking is a skill to use the potential well. ਐਡਵਰਡ ਡੀ ਬੋਨੋ ਦੇ ਅਨੁਸਾਰ ਬੁੱਧੀ ਅਜਿਹੀ ਇੱਕ ਸਮਰੱਥਾ ਹੈ ਜਿਹੜੀ ਸਾਡੇ ਸਾਰਿਆਂ ਕੋਲ ਹੈ ਪਰ ਇਸ ਬੁੱਧੀ ਨੂੰ ਇਸਤੇਮਾਲ ਕਰਨ ਦੀ ਕਲਾ ਸਿਰਫ ਸਹੀ ਸੋਚ ਨਾਲ ਆਉਂਦੀ ਹੈ। It channels our intelligence appropriately.
ਜਦੋਂ ਅਸੀਂ ਆਪਣੀ ਬੁੱਧੀ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਦੇ ਹਾਂ ਤਾਂ ਇਸ ਦੇ ਨਾਲ ਸਾਡੀ ਇਸ ਸਮਰੱਥਾ ਦਾ ਸਹੀ ਦਿਸ਼ਾ 'ਚ ਵਿਕਾਸ ਹੁੰਦਾ ਹੈ। ਵਨ ਮੇ ਬੀ ਗੁੱਡ ਥਿੰਕਰ ਵਿਦਾਊਟ ਬੀਇੰਗ ਐਨ ਇੰਟਲੈਕਚੁਅਲ ਐਂਡ ਵਾਈਸ ਵਰਸਾ। ਕੋਈ ਇਨਸਾਨ ਹੋ ਸਕਦਾ ਹੈ ਕਿ ਬਹੁਤ ਚੰਗਾ ਸੋਚਦਾ ਹੋਵੇ, ਬੁੱਧੀ ਘੱਟ ਹੋਣ ਦੇ ਬਾਵਜੂਦ ਵੀ ਉਹ ਚੰਗੇ ਕੰਮ ਕਰ ਸਕਦਾ ਹੈ। ਕਈ ਵਾਰ ਇਸ ਦਾ ਉਲਟ ਵੀ ਹੁੰਦਾ ਹੈ ਕਿ ਕੋਈ ਇਨਸਾਨ ਕੋਲ ਬੁੱਧੀ ਬਹੁਤ ਜ਼ਿਆਦਾ ਹੁੰਦੀ ਹੈ ਪਰ ਉਹ ਚੰਗਾ ਨਹੀਂ ਸੋਚਦਾ, ਅਤੇ ਅਜਿਹੇ ਲੋਕ ਆਪਣੀ ਬੁੱਧੀ ਨੂੰ ਅਪਰਾਧਾਂ ਵਿੱਚ ਵੀ ਲਾ ਸਕਦੇ ਹਨ। ਨੰਬਰ 7, why did the millionaire not reveal the fact of his affluence to the bank officials? ਉਸ ਮਿਲੀਨੀਅਰ ਨੇ ਬੈਂਕ ਦੇ ਅਧਿਕਾਰੀਆਂ ਨੂੰ ਇਹ ਕਿਉਂ ਨਹੀਂ ਦੱਸਿਆ ਕਿ ਉਹ ਕਿੰਨਾ ਅਮੀਰ ਹੈ? If he revealed that he was so rich, the officials may have asked many unnecessary questions. His time was precious. ਉਸ ਮਿਲੀਨੀਅਰ ਨੇ ਫੌਰਨ ਦੇਸ਼ ਤੋਂ ਬਾਹਰ ਜਾਣਾ ਸੀ। ਜੇ ਉਹ ਇਹ ਦੱਸਣ ਬੈਠ ਜਾਂਦਾ ਕਿ ਮੈਂ ਕਿੰਨਾ ਅਮੀਰ ਹਾਂ ਅਤੇ ਸਿਰਫ 5,000 ਦਾ ਕਰਜ਼ਾ ਲੈ ਰਿਹਾ ਹਾਂ, ਤਾਂ ਕਈ ਤਰ੍ਹਾਂ ਦੇ ਗੈਰ ਜ਼ਰੂਰੀ ਸਵਾਲਾਂ ਦੇ ਜਵਾਬ ਦੇਣ ਵਿੱਚ ਹੀ ਉਹ ਲੇਟ ਹੋ ਜਾਂਦਾ। Number 8. Why was the loan officer amazed to know that Thomas had borrowed a loan for $5,000? ਲੋਨ ਆਫਿਸਰ ਜੋ ਅਧਿਕਾਰੀ ਸੀ ਕਰਜ਼ਾ ਦੇਣ ਵਾਲਾ, ਉਹ ਇੰਨਾ ਹੱਕਾ ਬੱਕਾ ਕਿਉਂ ਹੋ ਗਿਆ ਕਿ ਥਾਮਸ ਨੇ $5,000 ਦਾ ਲੋਨ ਲਿਆ? When the loan officer came to know that millionaire borrowed only $5,000 from their bank, he was amazed. ਜਦੋਂ ਉਸ ਕਰਜ਼ਾ ਅਧਿਕਾਰੀ ਨੇ ਦੇਖਿਆ ਕਿ ਇੱਕ ਮਿਲੀਅਨਰ ਬੰਦਾ ਸਾਡੇ ਤੋਂ ਸਿਰਫ $5,000 ਦਾ ਕਰਜ਼ਾ ਲੈ ਰਿਹਾ ਤਾਂ ਉਹ ਹੈਰਾਨ ਰਹਿ ਗਿਆ। Question number 9. What was the millionaire's trick in borrowing the loan? ਫਿਰ ਉਸ ਮਿਲੀਅਨਰ ਨੇ ਇਹ ਲੋਨ ਲਿਆ ਹੀ ਕਿਉਂ ਸੀ? ਇਸ ਦੇ ਵਿੱਚ ਉਸ ਦੀ ਕੀ ਖੇਡ ਸੀ? By borrowing only $5,000 and got a cheap and safe parking of his new Ferrari in the middle of New York for 2 weeks for just $15. $5,000 ਦੇ ਬਦਲੇ ਉਸ ਨੂੰ ਆਪਣੀ ਨਵੀਂ ਫਰਾਰੀ ਲਈ ਸਿਰਫ $15 15 ਦਿਨ ਦੇ ਹਿਸਾਬ ਨਾਲ ਨਿਊਯਾਰਕ ਦੇ ਵਿੱਚੋਂ ਵਿੱਚ ਇੱਕ ਬਿਲਕੁਲ ਸਸਤੀ ਅਤੇ ਸੁਰੱਖਿਅਤ ਪਾਰਕਿੰਗ ਮਿਲ ਗਈ ਸੀ, ਉਹ ਵੀ 2 ਹਫ਼ਤੇ ਲਈ। Now switching over to the second part, answer the following question in 50 to 60 words each. Question number 1. How was lateral thinking fruitful in the field of cricket? ਇਸ ਵੱਖਰੀ ਸੋਚ ਨਾਲ ਕ੍ਰਿਕਟ ਦੇ ਖੇਤਰ ਦੇ ਵਿੱਚ ਕੀ ਨਵੀਨਤਾ ਆਈ? In cricket, Gary Packer introduced day or night matches and colorful balls and clothing, a departure from tradition that became so successful that the whole world of cricket adopted it. ਜਦੋਂ ਕ੍ਰਿਕਟ ਪੁਰਾਣੇ ਸਮੇਂ 'ਚ ਚੱਲਦੀ ਸੀ ਤਾਂ ਸਿਰਫ ਦਿਨ ਵੇਲੇ ਮੈਚ ਖੇਡਿਆ ਜਾਂਦਾ ਸੀ। ਟੈਸਟ ਮੈਚਿਸ ਹੁੰਦੇ ਸਨ ਜੋ ਕਈ ਦਿਨ ਚੱਲਦੇ ਸਨ ਅਤੇ ਦੋਵੇਂ ਹੀ ਟੀਮਾਂ ਸਿਰਫ ਸਫੈਦ ਕੱਪੜੇ ਪਾਉਂਦੀਆਂ ਸਨ ਅਤੇ ਬਾਲ ਵੀ ਸਫੈਦ ਹੁੰਦੀ ਸੀ। ਲੇਕਿਨ ਕ੍ਰਿਕਟ ਦੇ ਵਿੱਚ ਕੈਰੀ ਪੈਕਰ ਨਾਂ ਦੇ ਵਿਅਕਤੀ ਨੇ ਦਿਨ ਅਤੇ ਰਾਤ ਦੋਵੇਂ ਸਮੇਂ ਖੇਡੇ ਜਾਣ ਵਾਲੇ ਮੈਚਿਸ ਨੂੰ ਸਥਾਨ ਦਿਵਾਇਆ। ਉਹਨਾਂ ਨੇ ਰੰਗ ਬਰੰਗੀਆਂ ਬਾਲਸ ਵੀ ਚਲਵਾਈਆਂ ਅਤੇ ਟੀਮਸ ਵੀ ਵੱਖੋ ਵੱਖਰੇ ਰੰਗਾਂ ਦੇ ਕੱਪੜੇ ਪਹਿਨਣ ਲੱਗੀਆਂ। ਸਾਰੀ ਦੁਨੀਆ ਨੂੰ ਇਹ ਚੀਜ਼ ਬੜੀ ਪਸੰਦ ਆਈ ਅਤੇ ਕ੍ਰਿਕਟ ਦੇ ਵਿੱਚ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਕੱਪੜੇ ਅਤੇ ਬਾਲਸ ਰੰਗ ਬਿਰੰਗੀਆਂ ਹੁੰਦੀਆਂ ਹਨ। ਆਸਟ੍ਰੇਲੀਆ ਰੀਸੈਂਟਲੀ ਐਕਸਪੈਰੀਮੈਂਟਡ ਵਿਦ 2 different captains for the test and one-day matches. Nowadays, the T20 matches have become a rage. ਆਸਟ੍ਰੇਲੀਆ ਨੇ ਇੱਕ ਹੋਰ ਵੱਖਰਾ ਤਜਰਬਾ ਕੀਤਾ। ਉਹਨਾਂ ਨੇ ਆਪਣੇ ਟੈਸਟ ਮੈਚਿਸ ਲਈ ਇੱਕ ਅਲੱਗ ਕਪਤਾਨ ਰੱਖਿਆ ਅਤੇ ਇੱਕ ਦਿਨਾਂ ਮੈਚਿਸ ਲਈ ਅਲੱਗ ਕਪਤਾਨ ਰੱਖਿਆ ਅਤੇ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਕਿ T20 ਮੈਚਿਸ ਸਾਰੇ ਲੋਕਾਂ ਨੂੰ ਬਹੁਤ ਪਸੰਦ ਆ ਰਹੇ ਹਨ। Question number 2. How did the moneylenders attempt to win the hand of the farmer's daughter go in vain? ਉਸ ਆੜ੍ਹਤੀ ਨੇ ਬਹੁਤ ਸਾਰੀਆਂ ਤਰਕੀਬਾਂ ਕੀਤੀਆਂ ਕਿ ਕਿਸੇ ਤਰ੍ਹਾਂ ਕਿਸਾਨ ਦੀ ਬੇਟੀ ਨਾਲ ਵਿਆਹ ਹੋ ਜਾਏ, ਪਰ ਉਹ ਅਸਫਲ ਕਿਉਂ ਹੋ ਗਿਆ? The girl saw him putting 2 black pebbles in the bag. ਲੜਕੀ ਨੇ ਵੇਖ ਲਿਆ ਸੀ ਕਿ ਉਸਨੇ ਉਸ ਥੈਲੇ 'ਚ 2 ਕਾਲੇ ਪੱਥਰ ਪਾਏ ਹਨ। She found a solution by non-linear thinking. ਤਾਂ ਉਸਨੇ ਵੱਖਰਾ ਸੋਚਦੇ ਹੋਏ ਇਸ ਸਮੱਸਿਆ ਨੂੰ ਹੱਲ ਕਰ ਲਿਆ।
She put her hand into the money bag and drew out the pebble. उसने अपना हाथ उस थैले 'ਚ पाया ਤੇ ਇੱਕ ਪੈਬਲ ਕੱਢਿਆ. Without looking at it, she fumbled and let it fall onto the pebble-strewn path, where it immediately became lost among all the other pebbles. ਕਿਉਂਕਿ ਦੋਵੇਂ ਕਾਲੇ ਪੱਥਰ ਸਨ ਤੇ ਜੇ ਇੱਕ ਪੱਥਰ ਨੀਚੇ ਡਿੱਗ ਕੇ ਗਵਾਚ ਜਾਂਦਾ ਤਾਂ ਇਹ ਸਾਬਿਤ ਹੋ ਜਾਂਦਾ ਕਿ ਜੋ ਡਿੱਗਿਆ ਹੈ ਉਹ ਚਿੱਟਾ ਪੱਥਰ ਸੀ। ਤਾਂ ਕਿਸਾਨ ਦੀ ਇਸ ਚਲਾਕੀ ਦਾ ਜਵਾਬ ਕੁੜੀ ਨੇ ਇਸੇ ਤਰ੍ਹਾਂ ਦਿੱਤਾ। ਉਸਨੇ ਕਾਲਾ ਪੱਥਰ ਚੱਕਿਆ, ਜਾਣ-ਬੁੱਝ ਕੇ ਇਸ ਨੂੰ ਗਿਰਾਇਆ ਅਤੇ ਥੱਲੇ ਪੱਥਰਾਂ ਦੇ ਵਿੱਚ ਰਲਾ ਦਿੱਤਾ। ਇਨ ਦਿਸ ਵੇ ਦ ਮਨੀ ਲੈਂਡਰਸ ਅਟੈਂਪਟ ਫੇਲਡ। ਇਸ ਤਰ੍ਹਾਂ ਕਿਸਾਨ ਦੀ ਜਿਹੜੀ ਚਲਾਕੀ ਸੀ ਉਹ ਫੇਲ ਹੋ ਗਈ। ਰਾਈਟ ਅ ਨੋਟ ਔਨ ਦ ਥੀਮ ਆਫ ਦ ਚੈਪਟਰ ਲੇਟਰਲ ਥਿੰਕਿੰਗ। ਲੇਟਰਲ ਥਿੰਕਿੰਗ ਪਾਰਟ ਦਾ ਜੋ ਨਿਚੋੜ ਨਿਕਲਦਾ ਹੈ ਉਸ ਦੇ ਬਾਰੇ ਦੱਸੋ। ਲੇਟਰਲ ਥਿੰਕਿੰਗ ਮੀਨਸ ਥਿੰਕਿੰਗ ਡਿਫਰੈਂਟਲੀ। ਲਿਟਰਲ ਥਿੰਕਿੰਗ ਦਾ ਮਤਲਬ ਹੈ ਵੱਖਰਾ ਸੋਚਣਾ। ਇਟ ਇਨਵੋਲਵਸ ਕ੍ਰੀਏਟੀਵਿਟੀ ਐਂਡ ਇਨੋਵੇਸ਼ਨ। ਇਸ ਦਾ ਮਤਲਬ ਹੈ ਕੁਝ ਨਵੀਂ ਸੋਚ ਸਿਰਜਣਾ ਜਾਂ ਕੁਝ ਨਵੀਂ ਪਿਰਤ ਚਲਾਉਣਾ। ਕ੍ਰੀਏਟੀਵਿਟੀ ਮੀਨਸ ਕ੍ਰੀਏਟਿੰਗ ਸਮਥਿੰਗ ਨਿਊ। ਸਿਰਜਣਾਤਮਕਤਾ ਦਾ ਮਤਲਬ ਹੈ ਕੁਝ ਨਵਾਂ ਤਿਆਰ ਕਰਨਾ। ਟਫ ਸਿਚੁਏਸ਼ਨਸ ਕੈਨ ਬੀ ਡੈਲਟ ਈਜ਼ੀਲੀ ਵਿਦ ਲੇਟਰਲ ਥਿੰਕਿੰਗ। ਔਖੀਆਂ ਸਥਿਤੀਆਂ ਨੂੰ ਵੱਖਰਾ ਸੋਚ ਕੇ ਬੜੀ ਆਸਾਨੀ ਨਾਲ ਜਿੱਤਿਆ ਜਾ ਸਕਦਾ ਹੈ। ਸਮਟਾਈਮਸ ਟ੍ਰੈਡੀਸ਼ਨਲ ਥਿੰਕਿੰਗ ਔਰ ਕਨਵੈਨਸ਼ਨਲ ਥਿੰਕਿੰਗ ਔਰ ਲੀਨੀਅਰ ਥਿੰਕਿੰਗ ਫੇਲਸ ਇਨ ਟ੍ਰਿਕੀ ਸਿਚੁਏਸ਼ਨਸ। ਚਾਹੇ ਅਸੀਂ ਉਸ ਨੂੰ ਪਰੰਪਰਾਗਤ ਸੋਚ ਕਹਿ ਲਈਏ ਜਾਂ ਸਦੀਆਂ ਤੋਂ ਚੱਲੀ ਆ ਰਹੀ ਸੋਚ ਕਹਿ ਲਈਏ ਜਾਂ ਇੱਕੋ ਲੀਕ 'ਚ ਚੱਲ ਰਹੀ ਸੋਚ ਕਹਿ ਰਹੀਏ, ਕਈ ਵਾਰੀ ਉਹ ਔਖੀਆਂ ਸਥਿਤੀਆਂ ਨੂੰ ਹੱਲ ਕਰਨ ਦੇ ਵਿੱਚ ਅਸਫਲ ਹੋ ਜਾਂਦੀ ਹੈ। ਓਨਲੀ ਲਿਟਰਲ ਥਿੰਕਿੰਗ ਔਰ ਅਨਕਨਵੈਨਸ਼ਨਲ ਥਿੰਕਿੰਗ ਔਰ ਨੋਨ ਲੀਨੀਅਰ ਥਿੰਕਿੰਗ ਸੇਵਸ ਅਸ ਵਿਦ ਅ ਯੂਨੀਕ ਸੋਲਿਊਸ਼ਨ। ਸਿਰਫ ਵੱਖਰਾ ਸੋਚਣ ਨਾਲ ਜਾਂ ਵੱਖਰੀ ਦੂਸਰਿਆਂ ਤੋਂ ਪਰੰਪਰਾ ਤੋਂ ਹਟ ਕੇ ਸੋਚ ਰੱਖਣ ਨਾਲ ਜਾਂ ਲੀਕ ਤੋਂ ਹਟ ਕੇ ਸੋਚ ਰੱਖਣ ਨਾਲ ਉਸ ਔਖੀ ਸਥਿਤੀ ਦਾ ਇੱਕ ਨਵਾਂ ਹੱਲ ਮਿਲ ਜਾਂਦਾ ਹੈ। ਦ ਰਾਈਟਰ ਐਕਸਪਲੇਨਸ ਦ ਇੰਟਾਇਰ ਕਨਸੈਪਟ ਵਿਦ ਇੰਟਰਸਟਿੰਗ ਸਟੋਰੀਜ਼। ਲੇਖਕ ਨੇ ਬਹੁਤ ਵਧੀਆ ਦਿਲਚਸਪ ਕਹਾਣੀਆਂ ਨਾਲ ਇਸ ਸਾਰੀ ਗੱਲ ਨੂੰ ਸਮਝਾਇਆ ਹੈ। ਦ ਲਾਸਟ ਕੁਐਸਚਨ ਇਜ਼ ਹਾਊ ਡਿਡ ਲੇਟਰਲ ਥਿੰਕਿੰਗ ਹੈਲਪ ਦ ਮਿਲੀਨੀਅਰ। ਲੇਟਰਲ ਥਿੰਕਿੰਗ ਨੇ ਉਸ ਮਿਲੀਨੀਅਰ ਦਾ ਮਦਦ ਕਿਸ ਤਰ੍ਹਾਂ ਕੀਤੀ। ਬਾਈ ਬੋਰੋਇੰਗ ਓਨਲੀ $5,000 ਐਂਡ ਹੀ ਗੋਟ ਅ ਚੀਪ ਐਂਡ ਸੇਫ ਪਾਰਕਿੰਗ of his new Ferrari in the middle of New York for 2 weeks। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਹੈ, for just $15 ਸਿਰਫ $15 ਲਈ 2 ਹਫ਼ਤੇ ਲਈ ਨਿਊਯਾਰਕ ਦੇ ਵਿੱਚੋਂ ਵਿੱਚ ਉਸ ਨੂੰ ਆਪਣੀ ਨਵੀਂ ਫੈਰਾਰੀ ਲਈ ਸਸਤੀ ਅਤੇ ਸੁਰੱਖਿਅਤ ਪਾਰਕਿੰਗ ਬੈਂਕ ਦੇ ਰੂਪ ਦੇ ਵਿੱਚ ਮਿਲ ਗਈ। ਇਸ ਲਈ ਉਸ ਨੇ $5,000 ਦਾ ਕਰਜ਼ ਲੈ ਕੇ ਲਿਟਰਲ ਥਿੰਕਿੰਗ ਦਾ ਇਸਤੇਮਾਲ ਕੀਤਾ। ਅਦਰਵਾਈਜ਼ ਹੀ ਹੈਡ ਟੂ ਪੇ ਅ ਹਿਊਜ ਅਮਾਊਂਟ ਫॉर ਅ ਪਾਰਕਿੰਗ ਇਨ ਵਿਚ ਸੇਫਟੀ ਵਾਜ਼ ਨਾਟ ਐਸ਼ੋਰਡ। ਅਗਰ ਉਹ ਅਜਿਹਾ ਨਾ ਕਰਦਾ, ਇੱਕ ਤਾਂ ਉਸ ਪਾਰਕਿੰਗ ਲਈ ਬਹੁਤ ਪੈਸੇ ਦਿੰਦਾ ਜਿੱਥੇ ਵੀ ਉਹ ਆਪਣੀ ਕਾਰ ਨੂੰ ਪਾਰਕ ਕਰਦਾ, ਅਤੇ ਨਾਲ ਹੀ ਉੱਥੇ ਸੇਫਟੀ ਸੁਰੱਖਿਆ ਦਾ ਵੀ ਕੋਈ ਭਰੋਸਾ ਨਹੀਂ ਸੀ।